ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰਿਯੰ ਕਰਿਯੰ ਨਿਰਨਾਮੇ ਅਕਾਮੇ। ਗੋਬਿੰਦੇ ਮੁਕੰਦੇ ਉਦਾਰੇ ਅਪਾਰੇ, ਹਰਿਯੰ ਕਰਿਯੰ ਨਿਰਨਾਮੇ ਅਕਾਮੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਚਾਰ ਦੇ ਵਿੱਚ ਯੋਗ ਵਿਸ਼ਿਸ਼ਟ ਗ੍ਰੰਥ ਚੋਂ ਸ੍ਰੀ ਵਿਸ਼ਿਸ਼ਟ ਜੀ ਮਹਾਰਾਜ ਆਪਣੇ ਬੰਦਗੀ ਦੇ ਦਿਨਾਂ ਦੇ ਵਿੱਚ ਕਿਸ ਪ੍ਰਕਾਰ ਦੇ ਸ਼ੰਕੇ ਨਿਵਰਤ ਕਰਾਉਂਦੇ ਸੀਗੇ ਤੇ ਕਿਹਦੇ ਕੋਲੋਂ ਕਰਾਉਂਦੇ ਸੀ ਤੇ ਉਹਨਾਂ ਨੂੰ ਕੀ ਗਿਆਨ ਬਖਸ਼ਿਆ ਜਾਂਦਾ ਸੀ, ਉਹਦੇ ਬਾਰੇ ਅਸੀਂ ਅੱਜ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਗੁਰਬਾਣੀ ਦੀ ਟੇਕ ਹੈ, ਗੁਰਬਾਣੀ ਸਾਨੂੰ ਕੀ ਦੱਸ ਰਹੀ ਹੈ ਅਤੇ ਅੱਗੇ ਕਥਾ ਦੇ ਵਿੱਚ ਜੋ ਅਸੀਂ ਸਰਵਣ ਕਰਾਂਗੇ ਉਹ ਗੁਰਬਾਣੀ ਦੇ ਨਾਲ ਕਿਵੇਂ ਮੇਲ ਖਾਂਦੀ ਹੈ, ਇਹਦੇ ਉੱਤੇ ਚਾਨਣ ਪਾਉਣ ਲਈ ਪਹਿਲਾਂ ਗੁਰਬਾਣੀ ਦੀਆਂ ਪੰਕਤੀਆਂ ਅਸੀਂ ਸਰਵਣ ਕਰੀਏ। ਪ੍ਰਭਾਤੀ। ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮਹਿ ਖਾਲਕ। ਪੂਰ ਰਹਿਓ ਸਰਬ ਠਾਈ, ਰਹਾਓ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜ ਨਹਾਰੈ। ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਸਭ ਮਹਿ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕਛ ਹੋਈ। ਹੁਕਮ ਪਛਾਨੈ ਸੋ ਏਕੋ ਜਾਨੈ, ਬੰਦਾ ਕਹੀਐ ਸੋਈ। ਅਲਹੋ ਅਲਖ ਨ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ। ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ। ਅਲੋ ਅਲਖ ਨ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ। ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ। ਸੋ ਇਹ ਗੁਰਬਾਣੀ ਦੀ ਟੇਕ ਹੈ ਜਿਹਦੇ ਵਿੱਚ ਮਹਾਰਾਜ ਜੀ ਭਗਤ ਕਬੀਰ ਜੀ ਮਹਾਰਾਜ ਉਹ ਆਪਣੇ ਬਾਣੀ ਦੇ ਵਿੱਚ ਦੱਸ ਰਹੇ ਨੇ, ਅਲੋ ਅਲਖ ਨ ਜਾਈ ਲਖਿਆ, ਕਿ ਜੋ ਆਤਮ ਰੂਪ ਹੈ ਉਹ ਇੰਦਰੀਆਂ ਦਾ ਵਿਸ਼ਾ ਨਹੀਂ, ਉਹ ਲਖਿਆ ਨਹੀਂ ਜਾ ਸਕਦਾ। ਨਾ ਉਹ ਮਨ ਦਾ ਵਿਸ਼ਾ ਹੈ, ਨਾ ਬੁੱਧੀ ਦਾ, ਨਾ ਚਿੱਤ ਦਾ। ਪਰ ਉਹਦਾ ਗਿਆਨ ਦੇਣ ਵਾਲਾ ਜੋ ਗੁਰੂ ਹੈ, ਗੁਰ ਗੁੜ ਦੀਨਾ ਮੀਠਾ, ਉਹ ਗੁਰੂ ਨੇ ਮੈਨੂੰ ਉਸ ਪਰਮਾਤਮਾ ਦਾ ਆਤਮ ਦਾ ਗਿਆਨ ਬਖਸ਼ਿਆ ਹੈ ਜੋ ਬਹੁਤ ਮਿੱਠਾ ਹੈ, ਗੁੜ ਤੋਂ ਵੀ ਵੱਧ ਮਿੱਠਾ ਹੈ। ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ। ਗੁਰੂ ਨੇ ਹੁਣ ਮੈਨੂੰ ਗਿਆਨ ਬਖਸ਼ਿਆ ਤੇ ਮੇਰੇ ਸਾਰੇ ਸ਼ੰਕਾ ਨਿਵਰਤ ਕੀਤੇ ਹਨ। ਤੇ ਸ਼ੰਕਾ ਕੀ ਸੀ ਕਿ ਮੈਂ ਵੱਖਰਾ ਹਾਂ, ਸੰਸਾਰ ਵੱਖਰਾ ਹੈ, ਗੁਰੂ ਵੱਖਰਾ ਹੈ, ਪਰਮੇਸ਼ਰ ਵੱਖਰਾ ਹੈ। ਇਹ ਬਹੁਤ ਭਾਰੀ ਸੰਸਾ ਸੀ। ਹੁਣ ਇਹ ਜਿਹੜੀ ਸੰਸਾ ਹੈ ਮਹਾਰਾਜ ਨੇ ਕੱਢ ਦਿੱਤਾ, ਭਵਜਲ ਤੋਂ ਮਹਾਰਾਜ ਨੇ ਪਾਰ ਉਤਾਰਾ ਕਰਾ ਦਿੱਤਾ। ਤੇ ਹੁਣ ਜਿੱਥੇ ਜਿੱਥੇ ਮੈਂ ਦੇਖਦਾ ਹਾਂ ਸਰਬ ਨਿਰੰਜਨ ਡੀਠਾ, ਸਾਰੀ ਜਗ੍ਹਾ ਮੈਨੂੰ ਪਰਮੇਸ਼ਰ ਦੀ ਜੋਤ ਹੀ ਦਿਖਦੀ ਹੈ। ਸੋ ਇਹੀ ਗੱਲ ਦਾ ਨਿਰਣਾ ਯੋਗ ਵਿਸ਼ਿਸ਼ਟ ਜੀ ਵੀ ਦੱਸ ਰਹੇ ਨੇ ਕਿ ਉਹ ਆਪਣੇ ਭਗਤੀ ਦੇ ਦਿਨਾਂ ਦੇ ਵਿੱਚ ਮਹੇਸ਼ ਜੀ ਕੋਲੋਂ, ਜਿਹਨੂੰ ਸ਼ਿਵ ਜੀ ਵੀ ਕਿਹਾ ਜਾਂਦਾ ਹੈ, ਉਹਨਾਂ ਤੋਂ ਉਹ ਪ੍ਰਸ਼ਨ ਉੱਤਰ ਦੇ ਨਾਲ ਵਿਚਾਰ ਕਰਦੇ ਨੇ ਤੇ ਪੁੱਛਦੇ ਨੇ ਕਿ ਹੇ ਪ੍ਰਭੂ, ਤੁਸੀਂ ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਕਾਲਾਂ ਦੇ ਈਸ਼ਵਰ ਤੇ ਸਭ ਕਾਰਨਾਂ ਦੇ ਕਾਰਨ ਹੋ। ਤੁਹਾਡੀ ਮਿਹਰ ਸਦਕਾ ਮੈਂ ਕੁਝ ਪੁੱਛਣ ਨੂੰ ਸਮਰੱਥ ਹੋਇਆ ਹਾਂ। ਹੇ ਮਹਾਦੇਵ, ਜੋ ਕੁਝ ਮੈਂ ਪੁੱਛਦਾ ਹਾਂ ਉਸ ਨੂੰ ਪ੍ਰਸੰਨ ਬੁੱਧੀ ਹੋ
ਵਿਆਕੁਲਤਾ ਨੂੰ ਤਿਆਗ ਕੇ ਛੇਤੀ ਹੀ ਆਖੋ, ਹੇ ਸਭ ਪਾਪਾਂ ਦੇ ਨਾਸ਼ ਕਰਨ ਵਾਲੇ ਤੇ ਸਭ ਕਲਿਆਣ ਦਾ ਵਾਅਦਾ ਕਰਨ ਵਾਲੇ, ਈਸ਼ਵਰ ਦੀ ਪੂਜਾ ਦਾ ਵਿਧਾਨ ਮੈਨੂੰ ਦੱਸੋ। ਤੇ ਵਿਸ਼ਿਸ਼ਟ ਜੀ ਮਹਾਰਾਜ ਮਹਾਦੇਵ ਜੀ ਕੋਲੋਂ ਇਹ ਸਵਾਲ ਪੁੱਛ ਰਹੇ ਨੇ ਕਿ ਮੈਨੂੰ ਦੱਸੋ ਕਿ ਉਸ ਪਰਮਾਤਮਾ ਦੀ ਪੂਜਾ ਕਿਸ ਪ੍ਰਕਾਰ ਕੀਤੀ ਜਾਂਦੀ ਹੈ, ਉਹਦੀ ਕੋਈ ਵਿਧੀ ਦੱਸੋ। ਸ਼ਿਵ ਜੀ ਨੇ ਫਰਮਾਇਆ, ਹੇ ਬ੍ਰਾਹਮਣ, ਜੋ ਉੱਤਮ ਈਸ਼ਵਰ ਦੀ ਪੂਜਾ ਹੈ ਤੇ ਜਿਸ ਦੇ ਕਾਰਨ ਨਾਲ ਸੰਸਾਰ ਸਮੁੰਦਰ ਤੋਂ ਜੀਵ ਤਰ ਜਾਂਦਾ ਹੈ, ਸੋ ਹੁਣ ਸੁਣੋ। ਹੇ ਬ੍ਰਾਹਮਣਾਂ ਵਿੱਚ ਸ਼੍ਰੇਸ਼ਟ, ਪੁੰਡਰੀਕਾਸ਼ ਵਿਸ਼ਨੂੰ ਦੇਵ ਨਹੀਂ ਤੇ ਤ੍ਰਿਲੋਚਨ ਸ਼ਿਵ ਵੀ ਦੇਵ ਨਹੀਂ, ਕਮਲ ਤੋਂ ਉਪਜਿਆ ਬ੍ਰਹਮਾ ਵੀ ਦੇਵ ਨਹੀਂ ਤੇ 1000 ਅੱਖਾਂ ਵਾਲਾ ਇੰਦਰ ਵੀ ਦੇਵ ਨਹੀਂ। ਨਾ ਦੇਵ ਪੌਣ ਹੈ, ਨਾ ਸੂਰਜ ਹੈ, ਨਾ ਅਗਨੀ ਹੈ, ਨਾ ਚੰਦਰਮਾ ਹੈ, ਨਾ ਬ੍ਰਾਹਮਣ ਹੈ, ਨਾ ਕਸ਼ਤਰੀ ਹੈ, ਨਾ ਤੁਸੀਂ ਹੋ, ਨਾ ਮੈਂ ਹਾਂ, ਨਾ ਦੇਹ ਹੈ, ਨਾ ਚਿੱਤ ਹੈ ਤੇ ਨਾ ਕਲਪਨਾ ਰੂਪ ਹੈ। ਸਤ ਸਰੂਪ, ਆਨੰਦ, ਬੇਅੰਤ ਤੇ ਅਟਲ ਰੂਪ ਹੀ ਦੇਵ ਅਖਾਉਂਦਾ ਹੈ। ਆਕਾਰ ਆਦਿਕ ਖੰਡਿਤ ਹਨ, ਉਹ ਅਸਲ ਵਿੱਚ ਕੁਛ ਨਹੀਂ। ਇੱਕ ਸਤ ਸਰੂਪ ਬ੍ਰਹਮ ਬੇਅੰਤ ਜਗਦੀ ਜੋਤ ਦੇਵ ਹੈ। ਉਹੀ ਦੇਵ ਸ਼ਬਦ ਦਾ ਵਾਚਕ ਹੈ ਤੇ ਉਸ ਦੀ ਪੂਜਨ ਹੀ ਪੂਜਨ ਹੈ। ਉਸ ਦੇਵ ਨੂੰ ਜਿਸ ਤੋਂ ਇਹ ਸਭ ਹੋਇਆ ਹੈ ਤੇ ਜੋ ਸੱਤਾ ਸ਼ਾਂਤ ਆਤਮ ਰੂਪ ਹੈ, ਹਰ ਜਗ੍ਹਾ ਵਿਆਪਕ ਵੇਖਣਾ ਹੀ ਉਸ ਦੀ ਪੂਜਾ ਹੈ। ਪਰ ਜੋ ਉਸ ਪਰਮ ਸ਼ਕਤੀ ਨੂੰ ਨਹੀਂ ਜਾਣਦੇ, ਉਹਨਾਂ ਲਈ ਸਾਕਾਰ ਦੀ ਭਜਨ ਬੰਦਗੀ ਦਾ ਵਿਧਾਨ ਹੈ। ਜਿਵੇਂ ਜੋ ਮਨੁੱਖ ਯੋਜਨ ਤੱਕ ਨਹੀਂ ਤੁਰ ਸਕਦਾ, ਉਸ ਨੂੰ 1 ਕੋਹ ਜਾਂ 2 ਕੋਹ ਤੁਰਨਾ ਹੀ ਭਲਾ ਹੈ, ਤਿਵੇਂ ਹੀ ਜੋ ਮਨੁੱਖ ਸਤ ਸਰੂਪ ਦੇਵ ਪਰਮੇਸ਼ਰ ਦੀ ਪੂਜਾ ਨਹੀਂ ਕਰ ਸਕਦਾ, ਉਸ ਨੂੰ ਸਾਕਾਰ ਦਾ ਪੂਜਣਾ ਹੀ ਭਲਾ ਹੈ। ਹੇ ਬ੍ਰਾਹਮਣ, ਜਿਸ ਦੀ ਭਾਵਨਾ ਕੋਈ ਕਰਦਾ ਹੈ, ਉਸ ਦੇ ਫਲ ਉਸੇ ਅਨੁਸਾਰ ਭੋਗਦਾ ਹੈ। ਜੋ ਖੰਡਿਤ ਦੀ ਉਪਾਸਨਾ ਕਰਦਾ ਹੈ, ਉਸ ਨੂੰ ਫਲ ਵੀ ਖੰਡਿਤ ਹਾਸਲ ਹੁੰਦਾ ਹੈ ਤੇ ਜੋ ਸਤ ਸਰੂਪ, ਆਨੰਦ ਸਰੂਪ, ਬੇਅੰਤ ਦੇਵ ਦੀ ਭਗਤੀ ਕਰਦਾ ਹੈ, ਉਸ ਨੂੰ ਉਹੀ ਪਰਮਾਤਮਾ ਰੂਪ ਫਲ ਹਾਸਲ ਹੁੰਦਾ ਹੈ। ਹੇ ਸਾਧੂ, ਸੱਚੇ ਫਲ ਨੂੰ ਤਿਆਗ ਕੇ ਜੋ ਕੀਰਤਮ ਨੂੰ ਚਾਹੁੰਦੇ ਹਨ, ਇਸ ਤਰ੍ਹਾਂ ਸਮਝੋ ਜਿਵੇਂ ਕੋਈ ਮੰਦਾਰ ਬ੍ਰਿਛ ਦੇ ਬਨ ਨੂੰ ਤਿਆਗ ਕੇ ਕੰਡੇ ਦੇ ਬਨ ਨੂੰ ਪ੍ਰਾਪਤ ਹੋਵੇ। ਉਹ ਦੇਵ ਕਿਹੋ ਜਿਹਾ ਹੈ, ਉਸ ਦੀ ਪੂਜਾ ਕੀ ਹੈ ਤੇ ਕਿਉਂ ਹੁੰਦੀ ਹੈ, ਸੋ ਸੁਣੋ। ਬੋਧ, ਸਾਮੇ ਤੇ ਸ਼ਮ, ਇਹ 3 ਫੁੱਲ ਹਨ। ਬੋਧ ਪੂਰਨ ਗਿਆਨ ਦਾ ਨਾਮ ਹੈ, ਭਾਵ ਆਤਮ ਤੱਤ ਨੂੰ ਜਿਉਂ ਦਾ ਤਿਉਂ ਜਾਣਨਾ। ਸਾਮੇ ਸਾਰਿਆਂ ਵਿੱਚ ਪੂਰਨ ਵੇਖਣ ਨੂੰ ਆਖਦੇ ਹਨ ਤੇ ਸ਼ਮ ਦਾ ਅਰਥ ਇਹ ਹੈ ਕਿ ਚਿੱਤ ਨੂੰ ਨਿਵਰਤ ਕਰਨਾ ਤੇ ਆਤਮ ਤੱਤ ਤੋਂ ਵੱਖ ਕੁਛ ਨਾ ਵੇਖਣਾ। ਇਹਨਾਂ 3 ਫੁੱਲਾਂ ਤੋਂ ਗਿਆਨ ਸਰੂਪ ਸ਼ੁੱਧ ਦੇਵ ਸ਼ਿਵ ਜੀ ਦੀ ਪੂਜਾ ਹੁੰਦੀ ਹੈ। ਇੱਥੇ ਸ਼ਿਵ ਦਾ ਜਿਹੜਾ ਸ਼ਬਦ ਆਇਆ ਹੈ, ਪਰਮਾਤਮ ਦਾ ਵਾਚਕ ਹੈ, ਨਾ ਕਿ ਮਹਾਦੇਵ ਜਿਹੜਾ ਦੇਵਾਂ ਦੇ ਵਿੱਚ ਮੰਨਿਆ ਗਿਆ ਹੈ। ਇੱਥੇ ਸ਼ਿਵ ਤੱਤ ਹੈ, ਪਰਮਾਤਮ ਦਾ ਵਾਚਕ। ਆਕਾਰ ਦੀ ਪੂਜਾ ਨਾਲ ਪੂਜਾ ਨਹੀਂ ਹੁੰਦੀ। ਗਿਆਨ ਸਰੂਪ ਆਤਮ ਪਰਮੇਸ਼ਰ ਨੂੰ ਤਿਆਗ ਕੇ ਹੋਰ ਜੜ ਦੀ ਪੂਜਾ ਕਰਦੇ ਹਨ। ਉਹ ਲੰਮੇ ਸਮੇਂ ਤੱਕ ਕਲੇਸ਼ ਦੇ ਹੱਕਦਾਰ ਹੁੰਦੇ ਹਨ। ਹੇ ਬ੍ਰਾਹਮਣ, ਜੋ ਗਿਆਤ ਗਏ ਪੁਰਸ਼ ਹਨ, ਆਤਮ ਧਿਆਨ ਤੋਂ ਵੱਖ ਪੂਜਾ ਭਗਤੀ ਨੂੰ ਬੱਚੇ ਦੀ ਖੇਡ ਜਿਹਾ ਮੰਨਦੇ ਹਨ। ਆਤਮਾ ਭਗਵਾਨ ਇੱਕ ਦੇਵ ਹੈ, ਉਹੀ ਸ਼ਿਵ ਤੇ ਪਰਮ ਕਾਰਨ ਰੂਪ ਹੈ।
ਉਸ ਦੀ ਸਦਾ ਗਿਆਨ ਅਰਚਨਾ ਨਾਲ ਪੂਜਾ ਕਰੋ। ਹੋਰ ਕੋਈ ਪੂਜਾ ਨਹੀਂ। ਚੇਤਨ ਆਕਾਸ਼ ਤੇ ਅਦ੍ਰਿਸ਼ ਸੁਭਾਅ ਇੱਕ ਪਰਮਾਤਮਾ ਨੂੰ ਸਮਝੋ। ਆਦਰ ਯੋਗ ਪੂਜਕ ਤੇ ਪੂਜਾ ਤ੍ਰਿਪੁਟੀ ਨਾਲ ਈਸ਼ਵਰ ਦੀ ਪੂਜਾ ਨਹੀਂ ਹੁੰਦੀ। ਮੈਂ ਪੁੱਛਿਆ, ਹੇ ਪ੍ਰਭੂ, ਚੇਤਨ ਆਕਾਸ਼ ਮਾਤਰ ਆਤਮਾ ਨੂੰ ਕਿਵੇਂ, ਜਗਤ ਤੇ ਚੇਤਨ ਨੂੰ ਕਿਵੇਂ ਜੀਵ ਆਖਦੇ ਹਨ, ਸੋ ਦੱਸੋ। ਸ਼ਿਵ ਸ਼ੰਕਰ ਨੇ ਫਰਮਾਇਆ, ਹੇ ਮੁਨੀ ਜੀ, ਚੇਤਨ ਆਕਾਸ਼ ਪ੍ਰਸਿੱਧ ਹੈ। ਉਹ ਕੁਦਰਤ ਤੋਂ ਰਹਿਤ ਹੈ, ਜੋ ਮਹਾ ਕਲਪ ਵਿੱਚ ਸ਼੍ਰੇਸ਼ ਰਹਿੰਦਾ ਹੈ। ਉਹ ਆਪ ਹੀ ਝਲਕ ਰੂਪ ਹੁੰਦਾ ਹੈ। ਉਸ ਝਲਕ ਤੋਂ ਇਹ ਜਗਤ ਹੁੰਦਾ ਹੈ। ਜਿਵੇਂ ਸੁਪਨੇ ਵਿੱਚ ਪਾਰ ਬ੍ਰਹਮ ਹੀ ਸਰਬ ਵਿਆਪਕ ਜਗਤ ਰੂਪ ਹੋ ਕੇ ਪ੍ਰਤੀਤ ਹੁੰਦਾ ਹੈ, ਤਿਵੇਂ ਹੀ ਜਾਗਰਤ ਜਗਤ ਵੀ ਪਰਮਾਤਮ ਰੂਪ ਹੈ। ਆਦਿ ਸੰਸਾਰ ਦੀ ਉਤਪਤੀ ਤੋਂ ਲੈ ਕੇ ਇਸ ਕਾਲ ਤੱਕ ਆਤਮਾ ਤੋਂ ਵੱਖ ਪਦਾਰਥ ਕੋਈ ਨਹੀਂ ਹੈ। ਜਿਵੇਂ ਸੁਪਨੇ ਵਿੱਚ ਜੋ ਜਗਤ ਪ੍ਰਤੀਤ ਹੁੰਦਾ ਹੈ, ਸੋ ਵੀ ਸਭ ਈਸ਼ਵਰ ਰੂਪ ਹੈ। ਵੱਖ ਕਲਪਨਾ ਕੋਈ ਨਹੀਂ। ਪਾਰ ਬ੍ਰਹਮ ਹੀ ਪਹਾੜ ਰੂਪ ਹੈ। ਪਾਰ ਬ੍ਰਹਮ ਹੀ ਜਗਤ ਹੈ। ਪਾਰ ਬ੍ਰਹਮ ਹੀ ਆਕਾਸ਼ ਹੈ। ਪਾਰ ਬ੍ਰਹਮ ਹੀ ਸਭ ਜੀਵ ਹੈ ਤੇ ਪਾਰ ਬ੍ਰਹਮ ਹੀ ਸਭ ਭੂਤ ਹੈ। ਪਾਰ ਬ੍ਰਹਮ ਤੋਂ ਵੱਖ ਕੁਛ ਨਹੀਂ। ਸ੍ਰਿਸ਼ਟੀ ਦੇ ਆਦਿ ਤੋਂ ਅੰਤ ਤੱਕ ਜੋ ਕੁਛ ਦਵੈਤ ਕਲਪਨਾ ਪ੍ਰਤੀਤ ਹੁੰਦੀ ਹੈ, ਸੋ ਭੁਲੇਖਾ ਮਾਤਰ ਹੈ। ਜਿਵੇਂ ਸੁਪਨੇ ਵਿੱਚ ਕੋਈ ਕਿਸੇ ਦੇ ਅੰਗ ਕੱਟੇ, ਸੋ ਅਸਲ ਵਿੱਚ ਕੱਟਦਾ ਤਾਂ ਨਹੀਂ, ਨੀਂਦਰ ਕਰਕੇ ਅਜਿਹਾ ਲੱਗਦਾ ਹੈ। ਤਿਵੇਂ ਹੀ ਇਹ ਜਾਗਰਤ ਜਗਤ ਵੀ ਭੁਲੇਖਾ ਮਾਤਰ ਹੈ। ਹੇ ਮੁਨੀਸ਼ਵਰ, ਆਕਾਸ਼, ਪਰਮ ਆਕਾਸ਼ ਤੇ ਬ੍ਰਹਮ ਆਕਾਸ਼ ਤਿੰਨੇ ਇੱਕ ਦੇ ਸਮਾਨ ਅਰਥ ਵਾਲੇ ਸ਼ਬਦ ਹਨ। ਜਿਵੇਂ ਸੁਪਨੇ ਵਿੱਚ ਸੰਕਲਪ ਰੂਪ ਮਾਇਆ ਨਾਲ ਜੋ ਮਹਿਸੂਸ ਹੁੰਦਾ ਹੈ, ਸੋ ਸਭ ਬ੍ਰਹਮ ਹੈ, ਤਿਵੇਂ ਹੀ ਇਹ ਜਾਗਰਤ ਜਗਤ ਬ੍ਰਹਮ ਸਰੂਪ ਹੈ। ਜਿਵੇਂ ਸੁਪਨੇ ਦੀ ਨਗਰੀ ਆਕਾਸ਼ ਤੋਂ ਵੱਖ ਨਹੀਂ ਹੁੰਦੀ, ਤਿਵੇਂ ਜਾਗਰਤ ਸੁਪਨਾ ਵੀ ਆਤਮ ਤੱਤ ਹੋ ਕੇ ਪ੍ਰਤੀਤ ਹੁੰਦਾ ਹੈ। ਆਤਮਾ ਤੋਂ ਵੱਖ ਵਸਤੂ ਕੋਈ ਨਹੀਂ। ਹੇ ਮੁਨੀਸ਼ਵਰ, ਜਿਵੇਂ ਸੁਪਨੇ ਵਿੱਚ ਪਾਰ ਬ੍ਰਹਮ ਹੀ ਘਟ ਪਟ ਆਦਿ ਦੇ ਰੂਪ ਵਿੱਚ ਪ੍ਰਤੀਤ ਹੁੰਦਾ ਹੈ, ਤਿਵੇਂ ਹੀ ਸਥਿਤੀ ਪਰਲੋ ਆਦਿ ਜਗਤ ਪਾਰ ਬ੍ਰਹਮ ਤੋਂ ਵੱਖ ਨਹੀਂ ਹੈ। ਆਤਮਾ ਹੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ। ਜਿਵੇਂ ਸ਼ੁੱਧ ਸੰਵਿਤ ਮਾਤਰ ਤੋਂ ਵੱਖ ਸੁਪਨੇ ਵਿੱਚ ਨਗਰੀ ਨਹੀਂ ਪਾਈ ਜਾਂਦੀ, ਤਿਵੇਂ ਹੀ ਜਾਗਰਤ ਵਿੱਚ ਅਨੁਭਵ ਤੋਂ ਵੱਖ ਕੁਛ ਨਹੀਂ ਪਾਉਂਦੇ। ਹੇ ਮੁਨੀਸ਼ਵਰ, ਜਗਤ ਜੋ ਤਿੰਨ ਕਾਲਾਂ ਵਿੱਚ ਭਾਵ ਅਭਾਵ ਰੂਪ ਪਦਾਰਥ ਹੋ ਕੇ ਪ੍ਰਤੀਤ ਹੁੰਦਾ ਹੈ, ਸੋ ਸਭ ਬ੍ਰਹਮ ਸਰੂਪ ਹੈ। ਆਤਮਾ ਤੋਂ ਵੱਖ ਕੁਛ ਵੀ ਨਹੀਂ। ਹੇ ਮੁਨੀਸ਼ਵਰ, ਇਹ ਦੇਵ ਦਾ ਰੂਪ ਮੈਂ ਤੁਹਾਨੂੰ ਪਰਮਾਰਥ ਕਿਹਾ ਹੈ। ਤੁਹਾਡੇ ਵਿੱਚ ਤੇ ਸਾਰੀ ਮਨੁੱਖ ਜਾਤ ਜਗਤ ਵਿੱਚ ਸਾਰਿਆਂ ਦਾ ਜੋ ਦੇਵ ਹੈ, ਉਹ ਗਿਆਨ ਸਰੂਪ ਪਰਮਾਤਮਾ ਹੈ। ਉਸ ਤੋਂ ਵੱਖ ਕੁਛ ਨਹੀਂ। ਜਿਵੇਂ ਸੰਕਲਪਪੁਰ ਵਿੱਚ ਬ੍ਰਹਮ ਹੀ ਸਰੀਰ ਰੂਪ ਹੋ ਕਰਕੇ ਪ੍ਰਤੀਤ ਹੁੰਦਾ ਹੈ, ਉਸ ਤੋਂ ਵੱਖ ਕੁਛ ਨਹੀਂ, ਤਿਵੇਂ ਹੀ ਇਹ ਸਭ ਬ੍ਰਹਮ ਸਰੂਪ ਹੈ। ਸੋ ਸ਼ਿਵ ਜੀ ਮਹਾਰਾਜ ਮਹਾਦੇਵ ਜੀ ਵਿਸ਼ਿਸ਼ਟ ਮੁਨੀ ਜੀ ਦਾ ਜਿਹੜਾ ਸ਼ੰਕਾ ਸੀ ਕਿ ਜੀਵ ਕੌਣ ਹੈ, ਜੀਵ ਤੇ ਜਗਤ ਕੀ ਹੈ, ਤੇ ਪਾਰ ਬ੍ਰਹਮ ਦੀ ਪੂਜਾ ਕਿਵੇਂ ਹੁੰਦੀ ਹੈ, ਉਸ ਦੀ ਜਿਹੜੀ ਸ਼ੰਕਾ ਮਹਾਰਾਜ ਜੀ ਨੇ ਇੱਥੇ ਹੱਲ ਕੀਤਾ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਰਾਜ ਦੀ ਬਾਣੀ। ਫਿਰ ਆਪਾਂ ਵਿਚਾਰ ਕਰੀਏ, ਫਿਰ ਸਰਵਣ ਕਰੀਏ। ਪ੍ਰਭਾਤੀ। ਅਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਲੋਗਾ ਭਰਮ ਨਾ ਪੁਲਹੁ ਭਾਈ। ਖਾਲਕ ਖਲਕ ਖਲਕ ਮਹਿ ਖਾਲਕ। ਪੂਰ ਰਹਿਓ ਸਰਬ ਠਾਈ। ਰਹਾਓ। ਮਾਟੀ ਏਕ ਅਨੇਕ ਭਾਤ ਕਰ। ਸਾਜੀ ਸਾਜਨ ਹਾਰੈ। ਨਾ ਕਛ ਪੋਚ ਮਾਟੀ ਕੇ ਭਾਂਡੇ। ਨਾ ਕਛ ਪੋਚ ਕੁੰਭਾਰੈ। ਸਭ ਮਹਿ ਸੱਚਾ ਏਕੋ ਸੋਈ। ਤਿਸ ਕਾ ਕੀਆ ਸਭ ਕਿਛ ਹੋਈ। ਹੁਕਮ ਪਛਾਨੈ ਸੋ ਏਕੋ ਜਾਣੈ। ਬੰਦਾ ਕਹੀਐ ਸੋਈ। ਅਲਹੁ ਅਲਖ ਨ ਜਾਈ ਲਖਿਆ। ਗੁਰ ਗੁੜ ਦੀਨਾ ਮੀਠਾ। ਕਹਿ ਕਬੀਰ ਮੇਰੀ ਸੰਕਾ ਨਾਸੀ। ਸਰਬ ਨਿਰੰਜਨ ਡੀਠਾ। ਸੋ ਮਹਾਰਾਜ ਜੀ ਦਾ ਜਿਹੜਾ ਤਤ ਸਿਧਾਂਤ ਹੈ, ਮਹਾਰਾਜ ਜੀ ਕਹਿ ਰਹੇ ਨੇ, ਹੁਕਮ ਪਛਾਨੈ ਸੋ ਏਕੋ ਜਾਣੈ। ਉਸ ਗੁਰੂ, ਉਸ ਪਾਰਬ੍ਰਹਮ ਦਾ ਹੁਕਮ ਪਛਾਨਣਾ ਕੀ ਹੈ? ਕਿ ਸਾਰਿਆਂ ਦੇ ਵਿੱਚ ਇੱਕ ਨੂੰ ਦੇਖਣਾ, ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਦੇਖਣਾ। ਇਹ ਗੁਰੂ ਦਾ ਹੁਕਮ ਹੈ। ਤੇ ਇਸ ਗੁਰੂ ਦੇ ਹੁਕਮ ਨੂੰ ਜੋ ਮੰਨੇਗਾ ਉਹੀ ਹੁਕਮ ਨੂੰ ਪਛਾਣਦਾ ਹੈ, ਉਹੀ ਬੰਦਾ ਕਹਿਲਾਉਂਦਾ ਹੈ। ਅਲਹੁ ਅਲਖ ਨਾ ਜਾਈ ਲਖਿਆ। ਗੁਰ ਗੁੜ ਦੀਨਾ ਮੀਠਾ। ਕਹਿ ਕਬੀਰ ਮੇਰੀ ਸੰਕਾ ਨਾਸੀ। ਸਰਬ ਨਿਰੰਜਨ ਡੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।